ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਦੇ ਵਿੱਚ ਜਿੱਥੇ ਕੋਰੋਨਾ ਦਾ ਜ਼ਿਕਰ ਕੀਤਾ ਉੱਥੇ ਮਨ ਕੀ ਬਾਤ ਦੇ ਵਿੱਚ ਟਿੱਡੀ ਦਲ ਦੇ ਹਮਲੇ ਤੇ ਵੀ ਚਿੰਤਾ ਜਤਾਈ ਹੈ। ਕਿਹਾ ਦੇਸ਼ ਦੇ ਕਈ ਹਿੱਸੇ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਨੇ। ਕਿਸਾਨਾਂ ਦੀ ਮਦਦ ਲਈ ਆਧੁਨਿਕ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਰਲ ਕੇ ਖੇਤੀ ਤੇ ਆਏ ਇਸ ਸੰਕਟ ਦਾ ਸਾਹਮਣਾ ਕਰਾਂਗੇ। ਨਾਲ ਹੀ 5 ਜੂਨ ਨੂੰ ਕੌਮਾਂਤਰੀ ਵਾਤਾਵਰਣ ਦਿਹਾੜਾ ਮਨਾਇਆ ਜਾਵੇਗਾ। ਇਹ ਵੀ ਕਿਹਾ ਤੇ ਲੋਕਡਾਊਨ ਨੇ ਵਾਤਾਵਰਣ ਨੂੰ ਸਾਹ ਲੈਣ ਦਾ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਾਤਾਵਰਣ ਦਿਵਸ ਮਨਾਇਆ ਜਾਵੇਗਾ ਕਿਉਂਕਿ ਇਸ ਵਾਰ ਵਾਤਾਵਰਣ ਦੇ ਵਿੱਚ ਪਹਿਲਾਂ ਦੇ ਨਾਲੋਂ ਜ਼ਿਆਦਾ ਸਾਫ਼ ਸੁਥਰੀ ਹਵਾ ਹੈ, ਜ਼ਿਆਦਾ ਤਾਜ਼ਗੀ ਹੈ ਕਿਉਂਕਿ ਲਾਕਡਾਊਨ ਦੇ ਕਾਰਨ ਗੱਡੀਆਂ ਦਾ ਧੂੰਆਂ ਨਾ ਹੋਣ ਕਾਰਨ ਪ੍ਰਦੂਸ਼ਣ ਖਤਮ ਹੋਇਆ ਹੈ ਤੇ ਜਿਸ ਦੇ ਨਾਲ ਵਾਤਾਵਰਣ ਹੋਰ ਵੀ ਜ਼ਿਆਦਾ ਸਾਫ਼ ਸੁਥਰਾ ਹੋਇਆ ਹੈ, ਸਾਹ ਲੈਣ ਦਾ ਮੌਕਾ ਮਿਲਿਆ ਹੈ ਉਸਨੂੰ। ਟਿੱਡੀ ਦਲ ਦੇ ਹਮਲੇ ਤੇ ਚਿੰਤਾ ਜਤਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸੇ ਟਿੱਡੀ ਦਲ ਦੇ ਹਮਲੇ ਤੋਂ ਪ੍ਰਭਾਵਿਤ ਨੇ। ਕਿਸਾਨਾਂ ਦੀ ਮਦਦ ਦੇ ਲਈ ਅਸੀਂ ਲਗਾਤਾਰ ਆਧੁਨਿਕ ਤਰੀਕਿਆਂ ਦਾ ਇਸਤੇਮਾਲ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇੱਕ ਛੋਟੀ ਜਿਹੀ ਟਿੱਡੀ ਕਿਸ ਤਰ੍ਹਾਂ ਵੱਡਾ ਨੁਕਸਾਨ ਕਰਦੀ ਹੈ, ਅਸੀਂ ਤਸਵੀਰਾਂ ਲਗਾਤਾਰ ਵੱਖ-ਵੱਖ ਹਿੱਸਿਆਂ ਤੋਂ ਦੇਖ ਚੁੱਕੇ ਹਾਂ। ਤਾਂ ਲਾਕਡਾਊਨ ਦੇ ਦੌਰਾਨ ਤੀਜੀ ਵਾਰ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਕੀਤੀ ਤੇ ਇਸ ਦੌਰਾਨ ਮਨ ਕੀ ਬਾਤ ਦੇ ਵਿੱਚ ਉਹਨਾਂ ਕੋਰੋਨਾ ਦਾ ਜ਼ਿਕਰ ਕੀਤਾ, ਆਤਮ ਨਿਰਭਰ ਭਾਰਤ ਦਾ ਜ਼ਿਕਰ ਕੀਤਾ, ਜਿਹੜੇ ਲੋਕ ਮਦਦ ਕਰ ਰਹੇ ਨੇ ਗਰੀਬਾਂ ਦੀ ਉਹਨਾਂ ਦਾ ਜ਼ਿਕਰ ਕੀਤਾ ਤੇ ਇਸ ਦੌਰਾਨ ਖਾਸ ਤੌਰ ਤੇ ਟਿੱਡੀ ਦਲ ਤੇ ਚਿੰਤਾ ਉਹਨਾਂ ਨੇ ਜਤਾਈ ਹੈ। ਪੀਐਮ ਨੇ ਫਿਕਰ ਕਰਦਿਆਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਦੇ ਨਾਲ ਹੁਣ ਤੱਕ ਕਈ ਹਿੱਸੇ ਦੇਸ਼ ਦੇ ਪ੍ਰਭਾਵਿਤ ਹੋ ਚੁੱਕੇ ਨੇ। ਨਾਲ ਹੀ ਉਹਨਾਂ ਕਿਹਾ ਕਿ ਕਿਸਾਨਾਂ ਦੀ ਮਦਦ ਦੇ ਲਈ ਆਧੁਨਿਕ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਰਲ ਕੇ ਖੇਤੀ ਤੇ ਆਏ ਇਸ ਸੰਕਟ ਦਾ ਸਾਹਮਣਾ ਕਰਾਂਗੇ। ਵਾਤਾਵਰਣ ਦਿਵਸ ਮਨਾਉਣ ਦੀ ਗੱਲ ਕਰਦੇ ਉਹਨਾਂ ਕਿਹਾ ਕਿ 5 ਜੂਨ ਨੂੰ ਵਾਤਾਵਰਣ ਦਿਵਸ ਮਨਾਇਆ ਜਾਵੇਗਾ ਜਿਸ ਦੌਰਾਨ ਸਾਰੇ ਹੀ ਵਾਤਾਵਰਣ ਪ੍ਰੇਮੀ ਵੱਧ ਚੜ ਕੇ ਇਸ ਦਿਨ ਹਿੱਸਾ ਲੈਣ। ਯੋਗ ਦਿਵਸ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਯੋਗ ਦਿਵਸ ਵੀ ਆਉਣ ਵਾਲਾ ਹੈ। 21 ਜੂਨ ਨੂੰ ਹਰ ਸਾਲ ਦੇਸ਼ ਦੇ ਵਿੱਚ ਯੋਗ ਦਿਵਸ ਮਨਾਇਆ ਜਾਂਦਾ ਹੈ ਤਾਂ ਉਹਨਾਂ ਕਿਹਾ ਕਿ ਯੋਗ ਦੀਆਂ ਤਸਵੀਰਾਂ ਪੂਰੇ ਦੁਨੀਆ ਭਰ ਤੋਂ ਸਾਹਮਣੇ ਆ ਰਹੀਆਂ ਨੇ। ਹਾਲੀਵੁੱਡ ਤੋਂ ਲੈ ਕੇ ਹਰਿਦੁਆਰ ਤੱਕ ਯੋਗ ਪ੍ਰਤੀ ਲੋਕ ਗੰਭੀਰ ਨਜ਼ਰ ਆ ਰਹੇ ਨੇ ਤੇ ਵਾਤਾਵਰਣ ਦਿਵਸ ਦਾ ਵੀ ਜ਼ਿਕਰ ਕੀਤਾ, ਯੋਗ ਦਿਵਸ ਦਾ ਵੀ ਗੱਲ ਕੀਤੀ। ਕੋਰੋਨਾ ਤੇ ਚਿੰਤਾ ਜਤਾਈ, ਕਿਹਾ ਖਤਰਾ ਅਜੇ ਟਲਿਆ ਨਹੀਂ ਹੈ ਤੇ ਚਿੰਤਾ ਨਾਲ ਹੀ ਟਿੱਡੀ ਦਲ ਦੇ ਹਮਲੇ ਨੂੰ ਵੀ ਲੈ ਕੇ ਜਤਾਈ। ਦੱਸ ਦਈਏ ਕਿ ਅਲਰਟ ਜਾਰੀ ਕੀਤਾ ਹੋਇਆ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਵੀ ਕਿ ਟਿੱਡੀ ਦਲ ਦਸਤਕ ਦੇ ਸਕਦਾ ਹੈ। ਇਸ ਤੋਂ ਪਹਿਲਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਦੇ ਵਿੱਚ ਟਿੱਡੀ ਦਲ ਨੇ ਤਬਾਹੀ ਮਚਾਈ ਹੈ। 50 ਹੈਕਟੇਅਰ ਤੋਂ ਜ਼ਿਆਦਾ ਫਸਲ ਨੂੰ ਇਹ ਨੁਕਸਾਨ ਪਹੁੰਚਾ ਚੁੱਕਾ ਹੈ। ਲੋਕਾਂ ਦੇ ਘਰਾਂ ਦੇ ਵਿੱਚ ਟਿੱਡੀ ਦਲ ਨੇ ਆਪਣਾ ਕਬਜ਼ਾ ਜਮਾ ਲਿਆ ਤੇ ਅਜਿਹੇ ਦੇ ਵਿੱਚ ਹੁਣ ਪੂਰੇ ਦੇਸ਼ ਤੇ 26 ਸਾਲ ਬਾਅਦ ਟਿੱਡੀ ਦਲ ਦੇ ਇੰਨੇ ਵੱਡੇ ਹਮਲੇ ਦਾ ਖਤਰਾ ਹੈ ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਕਿਉਂਕਿ ਮਾਮਲਾ ਹੁਣ ਕੇਂਦਰ ਤੱਕ ਪਹੁੰਚਿਆ ਹੋਇਆ ਹੈ। ਕੇਂਦਰ ਸਰਕਾਰ ਵੀ ਇਸ ਮਾਮਲੇ ਪ੍ਰਤੀ ਗੰਭੀਰ ਨਜ਼ਰ ਆ ਰਹੀ ਹੈ। मेरे प्यारे देशवासियों, नमस्कार। कोरोना के प्रभाव से हमारी मन की बात भी अछूती नहीं रही है। जब मैंने पिछली बार आपसे मन की बात की थी तब पैसेंजर ट्रेनें बंद थी, बसें बंद थी, हवाई सेवा बंद थी। इस बार बहुत कुछ खुल चुका है। श्रमिक स्पेशल ट्रेनें चल रही हैं, अन्य स्पेशल ट्रेनें भी शुरू हो गई हैं। तमाम सावधानियों के साथ हवाई जहाज उड़ने लगे हैं। धीरे धीरे उद्योग भी चलना शुरू हुआ है, यानी अर्थव्यवस्था का एक बड़ा हिस्सा अब चल पड़ा है, खुल गया है। ऐसे में हमें और ज्यादा सतर्क रहने की आवश्यकता है। 2 गज की दूरी का नियम हो, मुंह पर मास्क लगाने की बात हो सके तो वहां तक घर में रहना हो, ये सारी बातों का पालन, उसमें जरा भी ढिलाई नहीं बरतनी चाहिए। देश में सबके सामूहिक प्रयासों से कोरोना के खिलाफ लड़ाई बहुत मजबूती से लड़ी जा रही है। जब हम दुनिया की तरफ देखते हैं तो हमें अनुभव होता है कि वास्तव में भारतवासियों की उपलब्धि कितनी बड़ी है। हमारी जनसंख्या ज्यादातर देशों से कई गुना ज्यादा है। हमारे देश में चुनौतियां भी भिन्न प्रकार की हैं, लेकिन
फिर भी हमारे देश में कोरोना उतनी तेजी से नहीं फैल पाया जितना दुनिया के अन्य देशों में फैला। कोरोना से होने वाली मृत्यु दर भी हमारे देश में काफी कम है। जो नुकसान हुआ है उसका दुख हम सबको है, लेकिन जो कुछ भी हम बचा पाए हैं वो निश्चित तौर पर देश की सामूहिक संकल्प शक्ति का ही परिणाम है। इतने बड़े देश में हर एक देशवासी ने खुद इस लड़ाई को लड़ने की ठानी है। ये पूरी मुहिम पीपल ड्रिवन है। साथियों, देशवासियों की संकल्प शक्ति के साथ एक और शक्ति इस लड़ाई में हमारी सबसे बड़ी ताकत है, वो है देशवासियों की सेवा शक्ति। तो प्रधानमंत्री नरेंद्र मोदी ने कहा कि कोरोना ਦੇ ਇਸ ਸੰਕਟ ਤੋਂ ਮਨ ਕੀ ਬਾਤ ਵੀ ਅਛੂਤੀ नहीं है, यानी कि मन की बात ਦੇ ਵਿੱਚ ਵੀ ਬਾਰ-ਬਾਰ ਜ਼ਿਕਰ कोरोना ਦਾ ਹੋ ਰਿਹਾ ਹੈ। ਤੀਜੀ ਵਾਰ ਲੌਕਡਾਊਨ ਦੇ ਦੌਰਾਨ ਪ੍ਰਧਾਨਮੰਤਰੀ ਮਨ ਕੀ ਬਾਤ ਕਰ ਚੁੱਕੇ ਨੇ ਤੇ ਇਸ ਦੌਰਾਨ ਉਹਨਾਂ ਕਿਹਾ ਕਿ ਪਿਛਲੀ ਵਾਰ ਦੀ ਮਨ ਕੀ ਬਾਤ ਅਤੇ ਇਸ ਵਾਰ ਦੀ ਮਨ ਕੀ ਬਾਤ ਵਿੱਚ ਕਾਫੀ ਫਰਕ ਹੈ, ਕਿਉਂਕਿ ਪਿਛਲੀ ਵਾਰ ਨਾ ਤਾਂ ਟ੍ਰੇਨਾਂ ਚੱਲਦੀਆਂ ਸੀ, ਨਾ ਹਵਾਈ ਜਹਾਜ਼ ਉੱਡ ਰਹੇ ਸੀ ਤੇ ਨਾ ਹੀ ਕਾਰੋਬਾਰ ਖੁੱਲੇ ਹੋਏ ਸੀ, ਪਰ ਇਸ ਵਾਰ ਕਾਫੀ ਕੁਝ ਬਦਲ ਚੁੱਕਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਵੱਲੋਂ ਜਿਹੜੇ ਲੋਕ ਵੱਧ ਚੜ ਕੇ ਮਦਦ ਕਰ ਰਹੇ ਨੇ ਗਰੀਬਾਂ ਦੀ ਇਸ ਸੰਕਟ ਦੀ ਘੜੀ ਦੇ ਵਿੱਚ, ਉਹਨਾਂ ਦਾ ਵੀ ਜ਼ਿਕਰ ਕੀਤਾ। ਜਿਹੜੇ ਲੋਕ ਆਤਮ ਨਿਰਭਰ ਬਣ ਰਹੇ ਨੇ ਉਹਨਾਂ ਦਾ ਵੀ ਜ਼ਿਕਰ ਪ੍ਰਧਾਨ ਮੰਤਰੀ ਦੇ ਵੱਲੋਂ ਕੀਤਾ ਗਿਆ। ਤਾਂ ਮਨ ਕੀ ਬਾਤ ਦੇ ਵਿੱਚ ਦੇਸ਼ ਦੇ ਤਾਜ਼ਾ ਹਾਲਾਤ ਕੀ ਨੇ, ਤਾਜ਼ਾ ਸਥਿਤੀ ਕੀ ਹੈ, ਉਸ ਤੇ ਵੀ ਗੱਲ ਕੀਤੀ। ਕਿਹਾ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਵਿੱਚ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਕਾਫੀ ਘੱਟ ਹੈ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜਿਹੜੇ ਗਰੀਬਾਂ ਦੀ ਮਦਦ ਕਰ ਰਹੇ ਨੇ ਤੇ ਇਸ ਦੇ ਵਿਚਾਲੇ ਪੀਐਮ ਮੋਦੀ ਨੇ ਪਠਾਨਕੋਟ ਦੇ ਦਿਵਿਆਂਗ ਰਾਜੂ ਦੀ ਵੀ ਤਾਰੀਫ ਕੀਤੀ ਹੈ। ਮਨ ਕੀ ਬਾਤ ਵਿੱਚ ਰਾਜੂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ। ਕੋਰੋਨਾ ਸੰਕਟ ਦੇ ਵਿਚਾਲੇ ਰਾਜੂ ਮਾਸਕ ਵੰਡ ਰਿਹਾ ਹੈ ਤਾਂ ਉਸ ਦਾ ਜ਼ਿਕਰ ਕੀਤਾ ਗਿਆ ਪ੍ਰਧਾਨ ਮੰਤਰੀ ਦੇ ਵੱਲੋਂ ਕਿ ਪਠਾਨਕੋਟ ਦਾ ਰਾਜੂ ਵੀ ਇਸ ਮੁਸ਼ਕਿਲ ਦੀ ਘੜੀ ਦੇ ਵਿੱਚ ਜੋ ਉਸ ਦੇ ਕੋਲੋਂ ਹੋ ਸਕਦਾ ਹੈ ਉਹ ਕਰ ਰਿਹਾ ਹੈ। ਤਾਂ ਉਸ ਦੀ ਸ਼ਲਾਘਾ ਕਰਦਿਆਂ ਪੀਐਮ ਨੇ ਕਿਹਾ ਕਿ ਦਿਵਿਆਂਗ ਰਾਜੂ ਮਾਸਕ ਵੰਡ ਰਿਹਾ ਹੈ, ਆਪਣੀ ਜ਼ਿੰਮੇਵਾਰੀ ਦੇਸ਼ ਦੇ ਪ੍ਰਤੀ ਨਿਭਾ ਰਿਹਾ ਹੈ ਤੇ ਉਸ ਦਾ ਖਾਸ ਤੌਰ ਤੇ ਜ਼ਿਕਰ ਕੀਤਾ। ਇਸ ਤੋਂ ਇਲਾਵਾ ਹੋਰ ਵੀ ਲੋਕ ਜਿਹੜੇ ਮਦਦ ਕਰ ਰਹੇ ਨੇ ਇਸ ਸੰਕਟ ਦੀ ਘੜੀ ਦੇ ਵਿੱਚ, ਉਹਨਾਂ ਦਾ ਜ਼ਿਕਰ ਕੀਤਾ ਗਿਆ। ਤਾਂ ਪੰਜਾਬ ਦੇ ਪਠਾਨਕੋਟ ਤੋਂ ਦਿਵਿਆਂਗ ਰਾਜੂ ਦੀ ਸ਼ਲਾਘਾ ਪ੍ਰਧਾਨ ਮੰਤਰੀ ਦੇ ਵੱਲੋਂ ਕੀਤੀ ਗਈ, ਜਿਹੜਾ ਇਸ ਸੰਕਟ ਦੇ ਸਮੇਂ ਇਸ ਮਹਾਮਾਰੀ ਦੇ ਦੌਰਾਨ ਉਹਨਾਂ ਲੋਕਾਂ ਨੂੰ ਮਾਸਕ ਵੰਡ ਰਿਹਾ ਹੈ ਜਿਨ੍ਹਾਂ ਦੇ ਕੋਲ ਮਾਸਕ ਨਹੀਂ ਨੇ, ਤਾਂ ਜੋ ਹਰ ਕੋਈ ਮਾਸਕ ਪਾ ਕੇ ਹੀ ਘਰ ਤੋਂ ਬਾਹਰ ਨਿਕਲੇ ਤੇ ਇਸ ਮਹਾਮਾਰੀ ਤੋਂ ਬਚਿਆ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਹੈ। चिंता जताई गई कोरोना के हालातों से, कहा गया कि खतरा अजे टलिया नहीं है। बेशक पिछले महीने नालों इस बार हालात कुछ बदले हुए ने, काफ़ी कुछ देश के विच खुला है, काफ़ी कुछ खुलन जा रहा है आने वाले दिनों के विच, पर अजे भी संकट बरकरार है। इसका रल के सानू सामना करना होगा। इस जंग अजे जारी है जिसनू एक दिन जरूर असी जित लवांगे। भारतवासियों की समर्था ते यकीन प्रधानमंत्री ने कहा कि मैनू है। इस तो इलावा चिंता टिड्डी दल के हमले से भी जताई। टिड्डी दल किस तरह किसानों के लिए चिंता का सबब बनया होया है, उस पर भी चिंता प्रगट की प्रधानमंत्री ने। तो इस दौरान जोड़े लोग मदद कर रहे हैं गरीबों की, उन्हों का जिक्र किया। तो इस विच पठानकोट के राजू की तारीफ की, जोड़ा दिव्यांग है तो कोरोना संकट विचाले लोगों को मास्क वंड रहा है। पठानकोट तो सुखजिंदर कुमार मेरे सहयोगी फोन लाइन पर जुड़ गए हैं। सुखजिंदर, प्रधानमंत्री दे मन की बात दे विच दिव्यांग राजू का जिक्र होना अपने आप दे विच एक वड्डी गल। जी बिल्कुल, मैं दसना चाहांगा कि ये जिहड़ा भिखारी है पिछले काफ़ी सालों तो लगातार सोशल वर्क जिहड़ा करदा आ रहा, गरीब कुड़ियां दे विआह करवा रहा। इत्थों तक कि जे कोई गली टुटी है या कोई स्लैब टुटी हुई है जिहदे पासे प्रशासन वालों ध्यान नहीं दिता जा रहा, तो लोगों की लोड़ है उस दे वल भी वो जिहड़ा खुद सुखजिंदर, शुक्रिया फिलहाल इस सारी जानकारी के लिए। राजू बेशक दिव्यांग है, व्हील चेयर से राजू चलता है,
खुद चलण तो असमर्थ है, पर ਭੀਖ ਬੇਸ਼ੱਕ ਉਹ ਮੰਗਦਾ ਹੈ, ਪਰ ਆਪਣੇ ਲਈ ਨਹੀਂ ਬਲਕਿ ਲੋਕਾਂ ਦੇ ਲਈ। ਜੋ ਕੁਝ ਵੀ ਉਸ ਨੂੰ ਮਿਲਦਾ ਹੈ ਕੋਈ ਪੈਸਾ, ਤਾਂ ਉਸ ਦੇ ਨਾਲ ਆਪਣਾ ਨਹੀਂ ਬਲਕਿ ਲੋਕਾਂ ਦੀ ਮਦਦ ਕਰਦਾ ਹੈ, ਲੋਕਾਂ ਦੇ ਲਈ ਉਹ ਕੰਮ ਕਰਦਾ। ਇਸ ਤੋਂ ਪਹਿਲਾਂ ਵੀ ਰਾਜੂ ਦੇ ਜਿਹੜੇ ਕੰਮ ਨੇ ਉਹ ਕਈ ਵਾਰ ਚਰਚਾ ਦੇ ਵਿੱਚ ਆ ਚੁੱਕੇ ਨੇ, ਕਿਉਂਕਿ ਲੋਕ ਵੀ ਜਦੋਂ ਉਹਨਾਂ ਦੀ ਕੋਈ ਸੁਣਦਾ ਨਹੀਂ ਹੈ ਤਾਂ ਉਹ ਆਪਣੀ ਪੁਕਾਰ ਲੈ ਕੇ ਰਾਜੂ ਦੇ ਕੋਲ ਜਾਂਦੇ ਨੇ। ਤੇ ਪਹਿਲਾਂ ਵੀ ਤਸਵੀਰਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਨੇ, ਰਾਜੂ ਸੜਕ ਬਣਵਾ ਰਿਹਾ ਹੈ, ਕਿਸੇ ਪਰਿਵਾਰ ਦੀ ਮਦਦ ਕਰ ਰਿਹਾ ਹੈ। ਤਾਂ ਬੇਸ਼ੱਕ ਖੁਦ ਦਿਵਿਆਂਗ ਹੈ ਰਾਜੂ, ਕੋਈ ਉਸਦੇ ਕੋਲ ਰੁਜ਼ਗਾਰ ਨਹੀਂ ਹੈ, ਕੋਈ ਨੌਕਰੀ ਨਹੀਂ ਹੈ, ਪਰ ਬਾਵਜੂਦ ਇਸ ਦੇ ਜਜ਼ਬਾ ਹੈ ਲੋਕਾਂ ਦੀ ਮਦਦ ਕਰਨ ਦਾ। ਤੇ ਇਹੀ ਮਦਦ ਕਰਨ ਦੇ ਜਜ਼ਬੇ ਦੇ ਸਦਕਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸ ਰਾਜੂ ਦਾ ਜ਼ਿਕਰ ਕਰ ਰਹੇ ਨੇ ਤੇ ਉਸ ਦੀ ਸ਼ਲਾਘਾ ਕਰ ਰਹੇ ਨੇ। ਕਿਹਾ ਕਿ ਕੋਰੋਨਾ ਦੇ ਸੰਕਟ ਦੇ ਵਿਚਾਲੇ ਮਾਸਕ ਵੰਡ ਰਿਹਾ ਹੈ ਰਾਜੂ। ਦਿਵਿਆਂਗ ਹੈ, ਪਠਾਨਕੋਟ ਦਾ ਰਹਿਣ ਵਾਲਾ ਰਾਜੂ, ਜਿਹੜਾ ਮਾਸਕ ਵੰਡ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਲੋਕਾਂ ਨੂੰ ਮਾਸਕ ਦੇ ਰਿਹਾ ਹੈ। ਤੇ ਉਸ ਦਾ ਜ਼ਿਕਰ ਪ੍ਰਧਾਨ ਮੰਤਰੀ ਵੱਲੋਂ ਆਪਣੀ ਮਨ ਕੀ ਬਾਤ ਵਿੱਚ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਉਹਨਾਂ ਲੋਕਾਂ ਦਾ ਜ਼ਿਕਰ ਪ੍ਰਧਾਨ ਮੰਤਰੀ ਨੇ ਕੀਤਾ ਜਿਹੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਦੀ ਮਦਦ ਕਰ ਰਹੇ ਨੇ। आपके पठानकोट से भी उदाहरण मुझे पता चला। यहाँ दिव्यांग भाई राजू ने दूसरों की मदद से जोड़ी गई छोटी सी पूंजी से 3000 से अधिक मास्क बनवाकर लोगों में बांटे। भाई राजू ने इस मुश्किल समय में करीब 100 परिवारों के लिए खाने का राशन भी जुटाया। देश के सभी इलाकों से, आपके पठानकोट से भी एक ऐसा ही उदाहरण मुझे पता चला। यहाँ दिव्यांग भाई राजू ने दूसरों की मदद से जोड़ी गई छोटी सी पूंजी से 3000 से अधिक मास्क बनवाकर लोगों में बांटे। भाई राजू ने इस मुश्किल समय में करीब 100 परिवारों के लिए खाने का राशन भी जुटाया। देश के सभी इलाकों से, आपके पठानकोट से। ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਰਾਜੂ ਦਾ ਜ਼ਿਕਰ ਕੀਤਾ ਗਿਆ ਕਿ ਜਿਸ ਨੇ ਲੋਕਾਂ ਦੀ ਮਦਦ ਦੇ ਨਾਲ ਹੀ ਜਿਹੜਾ ਉਸ ਦੇ ਕੋਲ ਪੈਸਾ ਇਕੱਠਾ ਹੋਇਆ, ਉਸ ਦੇ ਨਾਲ ਉਸ ਪੂੰਜੀ ਦੇ ਨਾਲ 100 ਤੋਂ ਜ਼ਿਆਦਾ ਪਰਿਵਾਰਾਂ ਦਾ ਢਿੱਡ ਵੀ ਭਰਿਆ ਤੇ ਨਾਲ ਹੀ 3000 ਦੇ ਕਰੀਬ ਮਾਸਕ ਲੋਕਾਂ ਦੇ ਵਿੱਚ ਵੰਡੇ ਨੇ, ਜੋ ਕਿ ਵਾਕਈ ਇੱਕ ਸ਼ਲਾਘਾਯੋਗ ਕਦਮ ਹੈ। ਇਹੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨ ਕੀ ਬਾਤ ਵਿੱਚ ਰਾਜੂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਹੈ।